Today we will start with the lesson Half a Rupee Worth by R.K. Narayan. ਅੱਜ ਹਾਫ ਆ ਰੂਪੀ ਵਰਥ ਲੈਸਨ ਅਸੀਂ ਡਿਸਕਸ ਕਰਾਂਗੇ। ਇਹਦੇ ਵਿੱਚ ਤੁਹਾਡੇ ਕੁਐਸਚਨ ਆਨਸਰ ਵੀ ਡਿਸਕਸ ਹੋਣਗੇ ਐਂਡ ਦਿਸ ਚੈਪਟਰ ਇਜ਼ ਰਿਟਨ ਬਾय ਆਰ.ਕੇ. ਨਾਰਾਇਣ। ਆਰ.ਕੇ. ਨਾਰਾਇਣ ਦੁਆਰਾ ਲਿਖਿਆ ਗਈ ਇਹ ਇੱਕ ਕਹਾਣੀ ਹੈ। Half a rupee worth is the story of a greedy man. Half a rupee worth ਕਹਾਣੀ ਹੈ ਇੱਕ ਲਾਲਚੀ ਬੰਦੇ ਦੀ। Subia sold rice at the market gate. Subia ਜਿਹੜਾ ਸੀਗਾ ਉਹ ਚਾਵਲ ਵੇਚਦਾ ਸੀ ਮਾਰਕੀਟ ਦੇ ਗੇਟ ਦੇ ਕੋਲੇ। ਉਹਦੀ ਦੁਕਾਨ ਮਾਰਕੀਟ ਦੇ ਗੇਟ ਦੇ ਕੋਲੇ ਸੀ। In his shop there was all varieties of rice. Varieties ਦਾ ਮਤਲਬ ਹੁੰਦਾ ਕੋਈ ਕਿਸਮਾਂ। ਉਹਦੀ ਦੁਕਾਨ ਦੇ ਉੱਤੇ ਚਾਵਲ ਦੀਆਂ ਹਰ ਕਿਸਮ ਸੀਗੀ। Through good times or bad he flourished. ਚਾਹੇ ਬੁਰਾ ਸਮਾਂ ਆਂਦਾ ਸੀ ਚਾਹੇ ਚੰਗਾ ਸਮਾਂ ਆਂਦਾ ਸੀ ਪਰ ਉਹ ਤਰੱਕੀ ਕਰਦਾ ਰਿਹਾ ਵੱਧਦਾ ਫੁੱਲਦਾ ਰਿਹਾ। He used to go around the countryside and collect rice to sell it at higher prices during drought or war. ਉਹ ਪਿੰਡ ਚ ਘੁੰਮਦਾ ਸੀਗਾ ਅਲੱਗ-ਅਲੱਗ ਪਿੰਡਾਂ ਚ ਜਾਂਦਾ ਸੀ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਚਾਵਲ ਇਕੱਠੇ ਕਰ ਸਕੇ ਔਰ ਉਸ ਤੋਂ ਬਾਅਦ ਉਹਨੂੰ ਅਕਾਲ ਦੇ ਸਮੇਂ ਚ ਡਰਾਟ ਹੁੰਦਾ ਅਕਾਲ ਪੈ ਜਾਣਾ। ਅਕਾਲ ਦੇ ਸਮੇਂ ਚ ਵਾਰ ਦਾ ਮਤਲਬ ਲੜਾਈ ਜਾਂ ਕੋਈ ਲੜਾਈ ਲੱਗ ਜੇ ਉਸ ਸਮੇਂ ਉਹ ਵੇਚ ਸਕੇ। He had a big house. ਉਹਦਾ ਬਹੁਤ ਵੱਡਾ ਘਰ ਸੀ। 5 prized cows. ਉਹਦੇ ਕੋਲੇ 5 ਬਹੁਤ ਮਹਿੰਗੀਆਂ ਗਾਵਾਂ and buffaloes ਔਰ ਨਾਲ ਹੀ ਭੈਂਸਾਂ ਵੀ ਸੀਗੀਆਂ। He had 5 children. ਉਹਦੇ 5 ਬੱਚੇ ਸੀ। His wife had gold ornaments. ਉਹਦੀ ਪਤਨੀ ਕੋਲੇ ਸੋਨੇ ਦੇ ਕਈ ornaments ਮੀਨਸ ਗਹਿਣੇ ਸੀ। He owned 30 acres of land in a nearby village. ਉਹਦੇ ਕੋਲੇ ਨਾਲ ਦੇ ਪਿੰਡ ਵਿੱਚ ਹੀ ਇੱਕ ਕੋਲੇ ਪਿੰਡ ਸੀਗਾ ਉਹਦੇ ਵਿੱਚ 30 ਏਕੜ ਜ਼ਮੀਨ ਦੇ ਵੀ ਸੀ। Subia survived all ups and downs. Subia ਹਮੇਸ਼ਾ ਸਹੀ ਰਿਹਾ ਵਧੀਆ ਹੀ ਰਿਹਾ ਚਾਹੇ ਕੋਈ ਵਾਧਾ ਹੋਇਆ ਦੁਨੀਆ ਨੂੰ ਚਾਹੇ ਘਾਟਾ ਹੋਇਆ। Subia loathed the rice bags. Subia ਨੂੰ ਬਹੁਤ ਘਿਰਣਾ ਸੀ। loathed means ਘਿਰਣਾ ਜਾਂ hate ਕਰਨਾ ਨਫ਼ਰਤ ਕਰਦਾ ਸੀ ਉਹ ਰਾਈਸ ਬੈਗਸ ਨੂੰ। ਕਦੋਂ? when he was young ਜਦੋਂ ਉਹ ਨੌਜਵਾਨ ਸੀ। because his father made him to sit in the shop ਕਿਉਂਕਿ ਉਹਦੇ ਪਿਤਾ ਜੀ ਉਹਨੂੰ ਮਜਬੂਰ ਕਰਦੇ ਸੀ ਕਿ ਉਹ ਚਾਵਲਾਂ ਦੀ ਦੁਕਾਨ ਤੇ ਬੈਠਾ ਰਹੇ। he was not allowed to play with the other children. ਉਹਨੂੰ ਦੂਸਰੇ ਬੱਚਿਆਂ ਨਾਲ ਖੇਲਣ ਦੀ ਆਗਿਆ ਨਹੀਂ ਸੀ। When his father died, he slid in so nicely that nobody noticed the difference. ਪਰੰਤੂ ਜਦੋਂ ਉਹਦੇ ਪਿਤਾ ਜੀ ਦੀ ਡੈਥ ਹੋ ਗਈ ਪਿਤਾ ਜੀ ਮਰ ਗਏ ਤਾਂ ਉਹ ਕੰਮ ਵਿੱਚ ਇੰਨੀ ਅੱਛੇ ਤਰੀਕੇ ਨਾਲ ਰੁੱਝ ਗਿਆ ਕਿ ਕਿਸੇ ਨੂੰ ਫਰਕ ਹੀ ਪਤਾ ਨਹੀਂ ਚੱਲਿਆ ਕਿ ਹੁਣ ਉਹਦੇ ਪਿਤਾ ਜੀ ਦੁਕਾਨ ਤੇ ਨਹੀਂ ਬਹਿੰਦੇ। ਯਾਨੀ ਸੁਬੀਆ ਨੇ ਇੱਕ ਬਿਜ਼ਨਸਮੈਨ ਦੇ ਤੌਰ ਤੇ ਆਪਣੇ ਪਿਤਾ ਦੀ ਜਗ੍ਹਾ ਲੈ ਲਈ। For the first time in his life, he was worried because of introduction of Price and Food Control Department. ਪਹਿਲੀ ਵਾਰੀ ਸੁਬੀਆ ਨੂੰ ਉਦੋਂ ਬਹੁਤ ਚਿੰਤਾ ਹੋਈ ਜਦੋਂ ਇੱਕ ਮੁੱਲ ਅਤੇ ਜਿਹੜਾ ਤੁਹਾਡਾ ਉਪਭੋਗ ਦਾ ਜਿਹੜਾ ਡਿਪਾਰਟਮੈਂਟ ਹੁੰਦਾ ਹੈ ਮੁੱਲ ਅਤੇ ਭੋਜਨ ਨਿਯੰਤਰਣ ਦਾ ਜਿਹੜਾ ਡਿਪਾਰਟਮੈਂਟ ਹੈ ਉਹਦੀ ਸਥਾਪਨਾ ਹੋਈ। He soon found that he could still survive under a new grab. ਲੇਕਿਨ ਜਲਦੀ ਹੀ ਉਸਨੇ ਉਹ ਵੀ ਤਰੀਕਾ ਕੱਢ ਲਿਆ। ਉਹਨੂੰ ਪਤਾ ਚੱਲ ਗਿਆ ਕਿ ਇਸ ਨਵੇਂ ਤਰੀਕੇ ਵਿੱਚ ਉਹਨੇ ਕਿਵੇਂ ਫਾਇਦਾ ਕਮਾਉਣਾ ਹੈ। He kept all the rice he wanted for sale and personal use, but out of sight and out of paper. ਉਹਨੇ ਸਾਰਾ ਦਾ ਸਾਰਾ ਜਿੰਨਾ ਵੇਚਣ ਵਾਸਤੇ ਚਾਵਲ ਸੀਗਾ ਜਿੰਨਾ ਉਹਨੂੰ ਘਰ ਦੇ ਵਾਸਤੇ ਚਾਹੀਦਾ ਸੀਗਾ ਉਹ ਸਾਰਾ ਚਾਵਲ ਇੱਕ ਜਗ੍ਹਾ ਇਕੱਠਾ ਕਰਕੇ ਰੱਖ ਲਿਆ। ਲੇਕਿਨ ਉਹ ਨਾ ਤਾਂ ਕੋਈ ਜਿਹੜੇ ਇੰਸਪੈਕਟਰ ਆਂਦੇ ਸੀ ਉਹਨਾਂ ਦੀ ਨਜ਼ਰਾਂ ਚ ਆਂਦਾ ਸੀ ਨਾ ਹੀ ਉਹਦੀ ਕਿਤਾਬਾਂ ਚ ਯਾਨੀ ਉਹਦੇ ਕਾਗਜ਼ਾਂ ਚ ਉਹ ਦਿਖਾਈ ਦਿੰਦਾ ਸੀ। He used to bribe officers who would come to examine his stock. ਉਹ ਉਹਨਾਂ ਅਫਸਰਾਂ ਨੂੰ ਵੀ ਜਿਹੜਾ ਰਿਸ਼ਵਤ ਦੇ ਦਿੰਦਾ ਸੀ ਜਿਹੜੇ ਉਹਦੇ ਕੋਲ ਉੱਥੇ ਕੋਈ ਵੀ ਤਰ੍ਹਾਂ ਦਾ ਨਿਰੀਖਣ ਕਰਨ ਆਂਦੇ ਸੀ। Very soon he converted one of his houses in a back street into a godown and there piled up rice bags from floor to ceiling.
बड़ी जल्दी ही उन्हें अपने एक घर नू ਜਿਹੜਾ ਕਿ ਉਹਦਾ ਘਰ ਗਲੀ ਦੇ ਪਿੱਛੇ ਸੀਗਾ ਉਹਨੂੰ ਗੋਦਾਮ ਚ ਬਦਲਤਾ ਔਰ ਪਾਈਲਡ ਅਪ ਹੁੰਦਾ ਢੇਰ ਲਗਾ ਦੇਣਾ ਉਹਦੇ ਵਿੱਚ ਦੇਖੋ ਬੇਟਾ ਉੱਪਰ ਤੁਹਾਨੂੰ ਫੋਟੋ ਚ ਵੀ ਦਿਖ ਰਿਹਾ ਹੈ ਕਿ ਢੇਰ ਲੱਗੇ ਹੋਏ ਹੈ ਕਿ ਜ਼ਮੀਨ ਤੋਂ ਲੈ ਕੇ ਸੀਲਿੰਗ ਮੀਨਸ ਛੱਤ ਤੱਕ ਉਹਨੇ ਚਾਵਲਾਂ ਦੇ ਜਿਹੜੇ ਬੋਰੇ ਸੀ ਉਹਨਾਂ ਦੇ ਢੇਰ ਲਗਾ ਦਿੱਤੇ ਉੱਥੇ Besides selling rice, Subbiya used to earn money by lending money at a very high rate of interest. ਚਾਵਲ ਵੇਚਣ ਦੇ ਨਾਲ ਨਾਲ ਸੁਬੀਆ ਜਿਹੜਾ ਹੈ ਪੈਸੇ ਕਮਾਉਣ ਦਾ ਉਹਦੇ ਕੋਲ ਹੋਰ ਤਰੀਕਾ ਵੀ ਸੀਗਾ ਉਹ ਇਹ ਤਰੀਕਾ ਸੀ ਕਿ ਉਹ ਲੋਕਾਂ ਨੂੰ ਬੜੇ ਜ਼ਿਆਦਾ ਵਿਆਜ ਦੀ ਦਰ ਤੇ ਪੈਸੇ ਉਧਾਰ ਦਿੰਦਾ ਸੀ One evening when Subbiya was about to close the shop, a poor man came to buy the rice. ਇੱਕ ਸ਼ਾਮ ਨੂੰ ਜਦੋਂ ਸੁਬੀਆ ਦੁਕਾਨ ਬੰਦ ਕਰਨ ਲੱਗਾ ਸੀ ਤਾਂ ਇੱਕ ਗਰੀਬ ਆਦਮੀ ਉਹਦੇ ਕੋਲੇ ਚਾਵਲ ਖਰੀਦਣ ਲਈ ਆਇਆ Subbiya agreed to sell half a seer for half a rupee. Subbiya ਨੇ ਇਹ ਸਹਿਮਤੀ ਕੀਤੀ ਕਿ ਮੈਂ ਤੈਨੂੰ 50 ਪੈਸੇ ਚ ਯਾਨੀ ਅੱਧੇ ਰੁਪਏ ਚ ਅੱਧਾ ਕਿਲੋ ਚਾਵਲ ਦਿਆਂਗਾ whereas the controlled rate was ਉਸ ਵੇਲੇ ਦਾ ਜਦ ਕਿ ਕੰਟਰੋਲ ਰੇਟ ਕੀ ਸੀ 3 seer for a rupee 3 ਸੇਰ ਚਾਵਲ ਮਿਲਦੇ ਸੀ 3 ਕਿਲੋ ਚਾਵਲ ਮਿਲਦੇ ਸੀ 1 ਰੁਪਏ ਚ Subbiya did not want to let anybody know about his secret godown Subbiya ਆਪਣੇ ਗੋਦਾਮਾਂ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਦੇਣਾ ਚਾਹੁੰਦਾ that is why he told the man that he would bring rice from the other man ਤਾਂ ਹੀ ਉਹਨੇ ਕਿਹਾ ਕਿ ਉਹ ਕਿਸੇ ਹੋਰ ਆਦਮੀ ਤੋਂ ਆਪਣੇ ਕਿਸੇ ਦੋਸਤ ਤੋਂ ਲੈ ਕੇ ਆਉਂਦਾ ਹੈ ਚਾਵਲ ਔਰ ਆਦਮੀ ਨੂੰ ਦੇਗਾ he told the man to wait for him ਉਹਨੇ ਆਦਮੀ ਨੂੰ ਕਿਹਾ ਕਿ ਉਹਦਾ ਇੰਤਜ਼ਾਰ ਕਰੇ ਉਹ ਚਾਵਲ ਲੈ ਕੇ ਹੁਣੇ ਆਂਦਾ ਹੈ the man waited for Subbiya from evening till morning ਉਸ ਆਦਮੀ ਨੇ ਸ਼ਾਮ ਤੋਂ ਲੈ ਕੇ ਸਵੇਰ ਤੱਕ ਸੁਬੀਆ ਦਾ ਇੰਤਜ਼ਾਰ ਕੀਤਾ but Subbiya did not come लेकिन Subbiya आया नहीं then he called at Subbiya's house फिर वो Subbiya ਦੇ house ਚ ਗਿਆ ਉਹਦੇ ਘਰ ਚ ਗਿਆ Subbiya's wife opened the door Subbiya ਦੀ wife ਨੇ ਦਰਵਾਜ਼ਾ ਖੋਲ੍ਹਿਆ she took man to Subbiya's godown ਉਹ ਲੈ ਕੇ Subbiya ਨੂੰ ਉਹਦੇ ਗੋਦਾਮ ਚ ਗਈ they had to break open the ventilator ਹੁੰਦਾ ਰੋਸ਼ਨਦਾਨ ਉਹਨਾਂ ਨੂੰ ਉੱਥੇ ਜਾ ਕੇ ਰੋਸ਼ਨਦਾਨ ਤੋੜਨਾ ਪਿਆ and slip a boy through it ਔਰ ਇੱਕ ਮੁੰਡੇ ਨੂੰ ਉਸ ਰੋਸ਼ਨਦਾਨ ਦੇ ਦੁਆਰਾ ਅੰਦਰ ਗੋਦਾਮ ਦੇ ਭੇਜਿਆ ਗਿਆ because the door of the godown was locked from inside ਕਿਉਂਕਿ ਅੰਦਰੋਂ ਦੀ ਗੋਦਾਮ ਦਾ ਦਰਵਾਜ਼ਾ ਬੰਦ ਸੀ In a corner they saw a hand stuck out of a pile of fallen bags stuck out means ਨਿਕਲਿਆ ਹੋਣਾ ਬਟ ਦੇਖੋ ਉੱਪਰ ਇੱਕ ਤਸਵੀਰ ਚ ਵੀ ਤੁਹਾਨੂੰ ਦਿਖ ਰਿਹਾ ਉਹ ਜਿਹੜੇ ਢੇਰ ਸੀਗਾ ਰਾਈਸ ਬੈਗਸ ਦਾ ਜਿਹੜੀ ਬੋਰੀਆਂ ਸੀ ਉਹਦੇ ਵਿੱਚੋਂ ਜਿਹੜੀਆਂ ਨੀਚੇ ਡਿੱਗੀਆਂ ਪਈਆਂ ਸੀਗੀਆਂ ਬੋਰੀਆਂ ਆਸ-ਪਾਸ ਚਾਵਲ ਬਿਖਰੇ ਪਏ ਸੀ ਉਹਦੇ ਵਿੱਚੋਂ ਇੱਕ ਹੱਥ ਬਾਹਰ ਝਾਂਕ ਰਿਹਾ ਸੀ ਔਰ ਉਹਦੇ ਵਿੱਚ 50 ਪੈਸੇ ਦਾ ਇੱਕ ਸਿੱਕਾ ਸੀ that means Subbiya lost his life and he died by burying under the rice bags now we will discuss the question answers How did Subbiya manage to get rice during drought? Subbiya ਅਕਾਲ ਦੇ ਸਮੇਂ ਕਿਵੇਂ ਜਿਹੜੇ ਚਾਵਲ ਹੈ ਉਹਦੇ ਕੋਲ ਹੁੰਦੇ ਸੀ Subbiya used to go around the countryside and collect as much rice as he could. Subbiya ਜਿਹੜਾ ਸੀ ਉਹ ਪਿੰਡਾਂ 'ਚ ਘੁੰਮਦਾ ਰਹਿੰਦਾ ਸੀ ਜਿੰਨੇ ਚਾਵਲ ਉਹ ਇਕੱਠੇ ਕਰ ਸਕਦੇ ਸੀ ਉਹਨੇ ਚਾਵਲ ਉਹ ਇਕੱਠੇ ਕਰਦਾ ਸੀ ਔਰ ਉਸ ਤੋਂ ਬਾਅਦ ਉਹ ਕੀ ਕਰਦਾ ਸੀ he would sell it at a very high rate during drought ਔਰ ਫਿਰ ਉਹ ਬਹੁਤ ਜ਼ਿਆਦਾ ਕੀਮਤ ਲੈ ਕੇ ਜਦੋਂ ਅਕਾਲ ਪੈ ਜਾਂਦਾ ਸੀ ਉਦੋਂ ਲੋਕਾਂ ਨੂੰ ਵੇਚਦਾ ਸੀ Those were the days when Subbiya loathed the rice bags. Which were those days? Why did he dislike the rice then? Those were the days when Subbiya was young. ਜਦੋਂ Subbiya young ਸੀ ਉਹਨੂੰ ਤਦੋਂ rice bags ਤੋਂ ਬੜੀ ਨਫ਼ਰਤ ਸੀ He disliked the rice ਉਹਨੂੰ ਉਸ ਵੇਲੇ ਕਿਉਂ ਨਫ਼ਰਤ ਸੀ because his father forced him to sit in the rice shop ਕਿਉਂਕਿ ਉਹਦੇ ਪਿਤਾ ਜੀ ਉਹਨੂੰ ਉਸ ਵੇਲੇ ਕਹਿੰਦੇ ਸੀ ਜਦੋਂ ਖੇਲਣ ਨੂੰ ਵੀ ਮਨ ਕਰਦਾ ਸੀ ਉਹ ਉਹਨੂੰ ਮਜਬੂਰੀ ਨਾਲ ਉਹਨੂੰ ਉੱਥੇ ਦੁਕਾਨ ਤੇ ਚਾਵਲਾਂ ਦੀ ਤੇ ਬਹਿਣਾ ਪੈਂਦਾ ਸੀ rice in his blood means ਮਤਲਬ ਚਾਵਲ ਉਹਦੇ ਖੂਨ ਚ ਸੀ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਸੀ ਕਿ ਉਹਨੂੰ ਚਾਵਲਾਂ ਬਾਰੇ ਸਭ ਕੁਝ ਪਤਾ ਸੀ he knew all about rice Fourth question है थोड़ा how did Subbiya's profit increase during the war
ਸੁਬੀਆ ਦੇ ਪ੍ਰੋਫਿਟ ਜਿਹੜੇ ਸੀ ਉਹ ਵਾਰ ਚ ਲਾਭ ਜਿਹੜੇ ਸੀ ਵਾਰ ਦੇ ਟਾਈਮ ਚ ਯੁੱਧ ਦੇ ਟਾਈਮ ਚ ਕਿਵੇਂ ਵੱਧਦੇ ਸੀ during war Subbiya sold his stock of rice at very high rate to increase his profit ਸੁਬੀਆ ਜਦੋਂ ਲੜਾਈ ਹੁੰਦੀ ਸੀ ਉਦੋਂ ਬਹੁਤ ਜ਼ਿਆਦਾ ਕੀਮਤ ਦੇ ਉੱਤੇ ਆਪਣੇ ਸਟਾਕ ਰਾਈਸ ਦਾ ਜਿਹੜਾ ਸਟਾਕ ਸੀਗਾ ਜਿਹੜਾ ਚਾਵਲਾਂ ਸਟਾਕ ਸੀ ਉਹ ਵੇਚਦਾ ਹੁੰਦਾ ਸੀ did he follow the rules laid down by the government ਕਿ ਉਹ ਗਵਰਨਮੈਂਟ ਦੁਆਰਾ ਜਿਹੜੇ ਸਰਕਾਰ ਦੇ ਨਿਯਮ ਸੀ ਉਹਨਾਂ ਦਾ ਪਾਲਣਾ ਕਰਦਾ ਸੀ no he did not follow the rules laid down by the government ਸਰਕਾਰ ਦੇ ਜਿਹੜੇ ਕਾਇਦੇ ਕਾਨੂੰਨ ਬਣਾਏ ਹੋਏ ਸੀ ਉਹਦੀ ਪਾਲਣਾ ਉਹ ਬਿਲਕੁਲ ਨਹੀਂ ਸੀ ਕਰਦਾ how did he tackle the officers ਫਿਰ ਉਹ ਅਫਸਰਾਂ ਨੂੰ ਕਿਵੇਂ ਮਾਤ ਦਿੰਦਾ ਸੀ ਜਿਹੜੇ ਆਉਂਦੇ ਸੀ ਉੱਥੇ ਐਗਜ਼ਾਮਿਨ ਕਰਨ he tackled the officers by giving them bribe ਉਹਨਾਂ ਨੂੰ ਰਿਸ਼ਵਤ ਦੇ ਕੇ ਮਾਮਲਾ ਸੈੱਟ ਕਰ ਲੈਂਦਾ ਸੀ besides selling rice what else did Subbiya do to earn money ਪੰਜਵੇਂ ਕੁਐਸਚਨ ਚੋਂ ਤੁਹਾਨੂੰ ਪੁੱਛ ਰਿਹਾ ਹੈ ਕਿ ਚਾਵਲ ਵੇਚਣ ਦੇ ਨਾਲ ਨਾਲ ਸੁਬੀਆ ਹੋਰ ਕੀ ਕਰਦਾ ਸੀ ਪੈਸੇ ਕਮਾਉਣ ਵਾਸਤੇ ਸੁਬੀਆ lent money at very high rate of interest besides selling rice ਚਾਵਲ ਵੇਚਣ ਦੇ ਨਾਲ ਨਾਲ ਉਹ ਬਹੁਤ ਜ਼ਿਆਦਾ ਵਿਆਜ ਦੇ ਉੱਤੇ ਪੈਸੇ ਵੀ ਉਧਾਰ ਦਿੰਦਾ ਸੀ Who came to buy rice one evening when Subbiya was about to go home? ਛੇਵਾਂ ਕੁਐਸਚਨ ਹੈ ਤੁਹਾਡਾ ਕੌਣ ਆਇਆ ਸੀ ਇੱਕ ਸ਼ਾਮ ਨੂੰ ਜਦੋਂ ਸੁਬੀਆ ਆਪਣੇ ਘਰ ਜਾਣ ਲੱਗਾ ਸੀ a poor man came to buy rice ਇੱਕ ਗਰੀਬ ਆਦਮੀ ਆਇਆ ਸੀ ਜਦੋਂ ਸੁਬੀਆ ਦੁਕਾਨ ਬੰਦ ਕਰਨ ਲੱਗਾ ਸੀ ਸ਼ਾਮ ਨੂੰ did he give rice to him ਕਿ ਉਹਨੇ ਉਹਨੂੰ ਚਾਵਲ ਦਿੱਤੇ yes Subbiya agreed to give him half a seer of rice for 50 paisa what did he say ਉਹਨੇ ਕਿਹਾ ਕਿ ਉਹਨੂੰ and told him to wait for him ਔਰ ਉਹਨੂੰ ਕਿਹਾ ਕਿ ਉਹਦਾ ਇੰਤਜ਼ਾਰ ਕਰੇ how much rice did Subbiya agree to sell to him and for how much Subbiya ਨੇ ਕਿੰਨੇ ਚਾਵਲ ਦੇਣ ਦਾ ਵਾਅਦਾ ਕੀਤਾ ਔਰ ਕਿੰਨੇ ਪੈਸੇ ਚ Subbiya agreed to sell half a seer of rice for half a rupee ਅੱਧਾ ਕਿਲੋ ਚਾਵਲ 50 ਪੈਸੇ ਚ ਯਾਨੀ ਅੱਧੇ ਰੁਪਏ ਚ ਦੇਣ ਦਾ ਉਸਨੇ ਸਹਿਮਤੀ ਕੀਤੀ Why did Subbiya ask the man to wait? ਉਹਨੇ ਆਦਮੀ ਨੂੰ ਕਿਉਂ ਕਿਹਾ ਕਿ ਉਹ ਵੇਟ ਕਰੇ ਕਿਉਂਕਿ ਉਹ ਚਾਹੁੰਦਾ ਨਹੀਂ ਸੀ ਕਿ ਉਹਦਾ ਗੋਦਾਮ ਦੇ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ Subbiya did not want to let anyone know about his secret go down. What reasons did he give? ਫਿਰ ਉਹ ਆਦਮੀ ਨੂੰ ਰੋਕਣ ਵਾਸਤੇ ਉਹਨੇ ਕੀ ਕਿਹਾ Subbiya ਨੇ So he asked man to wait. ਉਹਨੇ ਆਦਮੀ ਨੂੰ ਕਿਹਾ ਇੰਤਜ਼ਾਰ ਕਰ He told the man that he would bring rice from one of his friends. ਉਹ ਰਾਈਸ ਉਹਦੇ ਨਹੀਂ ਹੈ ਉਹ ਕਹਿੰਦਾ ਉਹ ਜਾ ਕੇ ਮੈਂ ਕਿਸੇ ਆਪਣੇ ਦੋਸਤ ਦੇ ਘਰੋਂ ਲੈ ਕੇ ਆਉਣਾ then beta ninth question is where did Subbiya go to get rice Subbiya ਕਿੱਥੇ ਗਿਆ ਚਾਵਲ ਲੈਣ ਵਾਸਤੇ Subbiya went to his secret go down to get rice Subbiya ਆਪਣੇ ਜਿਹੜਾ ਉਹਨੇ ਗੁਪਤ ਗੋਦਾਮ ਬਣਾਇਆ ਹੋਇਆ ਸੀ ਉਹਦੇ ਚ ਗਿਆ ਚਾਵਲ ਲੈ ਕੇ ਆਉਣ ਵਾਸਤੇ did the man wait for Subbiya for long ਕਿ ਆਦਮੀ ਨੇ Subbiya ਦੀ ਬਹੁਤ ਦੇਰ ਤੱਕ ਇੰਤਜ਼ਾਰ ਕੀਤੀ how do you know ਤੁਹਾਨੂੰ ਕਿਵੇਂ ਪਤਾ ਹੈ yes the man waited for Subbiya for a long ਉਹਨੇ ਇੰਤਜ਼ਾਰ ਕੀਤੀ ਸੀ he came in the evening ਉਹ ਸ਼ਾਮ ਨੂੰ ਆਇਆ ਸੀ and waited till morning ਔਰ ਸਵੇਰ ਤੱਕ ਇੰਤਜ਼ਾਰ ਕੀਤਾ ਸੀ where did the man go then ਫਿਰ ਆਦਮੀ ਕਿੱਥੇ ਗਿਆ where was he taken and by whom ਉਹਨੂੰ ਕੌਣ ਕਿੱਥੇ ਲੈ ਕੇ ਗਿਆ the man went to Subbiya's house ਆਦਮੀ ਉਸ ਤੋਂ ਬਾਅਦ ਇੰਤਜ਼ਾਰ ਕਰਨ ਤੋਂ ਬਾਅਦ Subbiya ਦੇ ਘਰ ਗਿਆ ਔਰ ਉਹਨੂੰ secret godown ਚ ਕੌਣ ਲੈ ਕੇ ਗਈ ਸੀ Subbiya ਦੀ wife he was taken to Subbiya's secret godown by Subbiya's wife how did Subbiya die Subbiya ਮਰਿਆ ਕਿਵੇਂ ਸੀ Subbiya was buried under the rice bags Subbiya ਜਿਹੜੇ ਚਾਵਲਾਂ ਦੇ ਬੋਰੀ ਸੀ ਉਹਨਾਂ ਦੇ ਥੱਲੇ ਦਬ ਕੇ ਮਰ ਗਿਆ ਕਿਵੇਂ ਮਰਿਆ while trying to take out rice from one of the bags ਕਿਸੇ ਇੱਕ ਬੈਗ ਵਿੱਚੋਂ ਚਾਵਲ ਨਿਕਾਲਣ ਵੇਲੇ ਉਹ ਉਹਦੇ ਨੀਚੇ ਦਬ ਕੇ ਮਰ ਗਿਆ thank you so much